ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਗੁੱਡ ਮਾਰਨਿੰਗ ਟੂ ਆਲ ਲੀਡਰਸ। ਮੇਰਾ ਨਾਮ ਗੁਰਲਾਲ ਸਿੰਘ ਹੈ। ਅੱਜ ਦੀ ਮੇਰੀ ਡਿਊਟੀ ਲੱਗੀ ਹੈ ਰਿਲੇਟਿਵ ਟੂ ਮੇਰੀ ਅੱਜ ਪ੍ਰੈਜੈਂਟੇਸ਼ਨ ਹੈ ਕਿ ਰਿਲੇਟਿਵ ਟੂ ਆਪਣੇ ਕਿ ਹਾਊ ਟੂ ਮੇਕ ਅ ਬਿਗ ਲਿਸਟ ਜਿਹੜੀ ਹੈ ਆਪਣੇ ਜਿਹੜਾ ਬਿਜ਼ਨਸ ਹੈ ਰਿਲੇਟਿਵ ਟੂ ਆਪਣਾ ਨੈਟਵਰਕਿੰਗ ਹੈ, ਇਹਦੇ ਵਿੱਚ ਆਪਾਂ ਨੂੰ ਲਿਸਟ ਕਿਉਂ ਜ਼ਰੂਰੀ ਹੈ। ਠੀਕ ਹੈ ਜੀ, ਲਿਸਟ ਕਿਉਂ ਬਣਾਉਣੀ ਪੈਂਦੀ ਹੈ। ਇਹ ਆਪਣੇ ਜਿਹੜੇ ਬੇਸਿਕ ਸਟੈਪਸ ਨੇ ਜੋ ਆਪਾਂ ਨੈਟਵਰਕਿੰਗ ਜੁਆਇਨ ਕਰਦੇ ਹਾਂ, ਅਗਰ ਆਪਾਂ ਵੈਸੀ ਜੁਆਇਨ ਕਰਦੇ ਹਾਂ, ਉਹਦੇ ਵਿੱਚ 7 ਸਟੈਪਸ ਨੇ ਜੋ ਆਪਾਂ ਨੂੰ ਸਟਾਰਟਅਪ ਤੇ ਦੱਸਿਆ ਜਾਂਦਾ ਆ ਕਿ ਆਪਾਂ ਨੂੰ ਇਹ 7 ਸਟੈਪ ਫੋਲੋ ਕਰਨੇ ਆ ਜਿਹਦੇ ਨਾਲ ਆਪਣਾ ਬਿਜ਼ਨਸ ਵੱਧਦਾ ਹੈ। ਫਸਟ ਸਟੈਪ ਹੁੰਦਾ ਹੈ ਯੂਜ਼ ਦਾ ਪ੍ਰੋਡਕਟ। ਆਲਰੇਡੀ ਆਪਾਂ ਜਿੰਨੇ ਵੀ ਪਰਸਨਸ ਨੂੰ ਪਲਾਨ ਕਰਦੇ ਆ ਉਹਨਾਂ ਨੂੰ ਜੁਆਇਨ ਕਰਾਉਂਦੇ ਆ, ਉਹ ਸਾਰੇ ਪਹਿਲਾਂ ਪ੍ਰੋਡਕਟਸ ਵਗੈਰਾ ਯੂਜ਼ ਕਰਦੇ ਨੇ। ਸੈਕੰਡ ਸਟੈਪ ਆਉਂਦਾ ਹੈ ਸ਼ੇਅਰ ਦਾ ਪ੍ਰੋਡਕਟਸ। ਆਪਾਂ ਫਿਰ ਉਸ ਚੀਜ਼ ਨੂੰ ਆਪਾਂ ਆਪਣੇ ਜਿੰਨੇ ਰਿਲੇਟਿਵਸ ਆਪਣੇ ਸਰਕਲ ਹੈ ਉਹਨਾਂ ਨਾਲ ਪ੍ਰੋਡਕਟਸ ਦੀ ਸ਼ੇਅਰ ਕਰਦੇ ਆ। ਥਰਡ ਪੁਆਇੰਟ ਹੈ ਮੇਕ ਏ ਲਿਸਟ। ਥਰਡ ਪੁਆਇੰਟ ਜਿਹੜਾ ਮੇਕ ਏ ਲਿਸਟ, ਇਹ ਵੈਰੀ ਇੰਪੋਰਟੈਂਟ ਪੁਆਇੰਟ ਆ ਆਪਣਾ ਅਗਰ ਬਿਜ਼ਨਸ ਨੂੰ ਡਿਵੈਲਪ ਕਰਨਾ ਔਰ ਆਪਾਂ ਅਗਰ ਨੈਟਵਰਕਿੰਗ ਦੇ ਵਿੱਚ ਆਪਣਾ ਆਪਣੇ ਆਪ ਨੂੰ ਵਧੀਆ ਲੈਵਲ ਤੇ ਪਹੁੰਚਾਉਣਾ ਚਾਹੁੰਦੇ ਆ ਜਾਂ ਆਪਣੀ ਅਚੀਵਮੈਂਟ ਚਾਹੁੰਦੇ ਆ, ਉਹਦੇ ਵਿੱਚ ਬਹੁਤ ਤਗੜੀ ਮਹੱਤਤਾ ਇਸ ਰੋਲ ਪਲੇ ਕਰਦਾ ਹੈ ਮੇਕ ਏ ਲਿਸਟ। ਤੇ ਅੱਜ ਮੇਰਾ ਟੌਪਿਕ ਇਹਦੇ ਤੇ ਨਿਰਭਰ ਆ। ਉਹ ਤੋਂ ਨੈਕਸਟ ਸਟੈਪ ਇਨਵੀਟੇਸ਼ਨ ਹੁੰਦਾ, ਫਿਰ ਸ਼ੋਅ ਦਾ ਪਲਾਨ, ਟੀਮ ਵਰਕ ਐਂਡ ਫੋਲੋ ਅਪ। ਬਟ ਬਾਕੀ ਸਟੈਪਸ ਨੂੰ ਅਸੀਂ ਅਨਦਰ ਸੈਪਰੇਟ ਮੀਟਿੰਗ ਸਾਰਿਆਂ ਦੇ ਕਰਾਂਗੇ। ਬਟ ਅੱਜ ਦਾ ਟੌਪਿਕ ਹੈ ਮੇਕ ਅ ਲਿਸਟ। ਮੇਕ ਅ ਲਿਸਟ, ਲਿਸਟ ਕਿਉਂ ਜ਼ਰੂਰੀ ਹੈ। ਫਸਟ, ਕਿਉਂਕਿ ਲਿਸਟ ਦੇ ਨਾਲ ਕੀ ਹੁੰਦਾ ਕਿ ਆਪਾਂ ਦਾ ਜੋ ਵੀ ਕ੍ਰਾਈਟੇਰੀਆ ਹੈ ਆਪਾਂ ਨੂੰ ਪੂਰਾ ਇੱਕ ਡਾਟਾਬੇਸ ਆਪਾਂ ਨੂੰ ਮਿਲ ਜਾਂਦਾ। ਫਸਟ ਉਹਨੂੰ ਕਰਨਾ ਕੀ ਹੈ, ਉਸ ਚੀਜ਼ ਨੂੰ ਆਪਾਂ ਨੂੰ ਕਰਨਾ, ਫਸਟ ਲਿਸਟ ਕ੍ਰੀਏਟ ਕਰਨੀ ਹੈ। ਫਸਟ ਸਟੈਪ ਆਪਣਾ ਮੇਕ ਲਿਸਟ। ਕਾਫੀ ਹੱਦ ਤੱਕ ਲੋਕ ਹੁੰਦੇ ਨੇ ਜਿਹੜੇ ਲਿਸਟ ਬਣਾਉਣ ਤੋਂ ਕਤਰਾਉਂਦੇ ਨੇ, ਜਾਂ ਕਾਫੀ ਵਾਰ ਸਰ ਨੇ ਕਿੰਨੀ ਵਾਰੀ ਅਸੀਂ ਬੜੇ ਜਾਣੇ ਲੀਡਰਸ ਨੂੰ ਜਿਹੜੇ ਆਉਂਦੇ ਨੇ ਮੀਟਿੰਗ ਤੇ ਉਹਨਾਂ ਨੂੰ ਪੁੱਛੀਦਾ ਤੁਹਾਡੀ ਲਿਸਟ ਕਿੱਥੇ ਹੈ, ਤੇ ਲਿਸਟ ਉਹ ਕਹਿੰਦੇ ਨਹੀਂ ਸਰ ਬਣਾਈ ਨਹੀਂ, ਜਾਂ ਘਰ ਰਹਿ ਗਈ, ਜਾਂ ਕੋਈ ਨਾ ਕੋਈ ਬਹਾਨੇ ਕ੍ਰੀਏਟ ਕਰ ਦਿੰਦੇ ਨੇ ਨੈਕਸਟ ਟਾਈਮ ਸਰ ਬਣਾਵਾਂਗੇ ਜਾਂ ਨੈਕਸਟ ਟਾਈਮ ਲੈ ਕੇ ਆਵਾਂਗੇ। ਜ਼ਿੰਦਗੀ 'ਚ ਸਫਲ ਹੋਣਾ, ਨੈਟਵਰਕਿੰਗ ਦੇ ਵਿੱਚ ਅਗਰ ਸਫਲ ਹੋਣਾ ਤਾਂ ਸਭ ਤੋਂ ਪਹਿਲਾ ਸਟੈਪ ਹੀ ਇੱਥੇ ਬੰਦੇ ਨੂੰ ਜੱਜ ਕੀਤਾ ਜਾਂਦਾ ਹੈ ਕਿ ਅਗਲਾ ਬੰਦਾ ਇਸ ਪ੍ਰਤੀ ਸੀਰੀਅਸ ਹੈ ਕਿ ਨਹੀਂ ਸੀਰੀਅਸ, ਉਹ ਤੁਹਾਡੀ ਗੱਲ ਨੂੰ ਕਿੰਨਾ ਪ੍ਰਤੀ ਸੀਰੀਅਸ ਲੈ। 100 ਵਿੱਚੋਂ 90% ਲੋਕ ਨੇ ਲਿਸਟ ਹੀ ਨਹੀਂ ਬਣਾਉਂਦੇ। ਉਹ ਕਹਿ ਦੇਣਗੇ, ਬਹਾਨੇ ਲਾ ਦੇਣਗੇ ਕਿ ਸਰ ਸਾਡੀ ਮੋਬਾਈਲ ਦੇ ਵਿੱਚ ਲਿਸਟ ਹੈਗੀ ਆ, ਅਸੀਂ ਇੱਥੋਂ ਵੇਖ ਕੇ ਹੈਲਪ ਕਰ ਲਾਂਗੇ। ਬਾਈ ਚਾਂਸ ਮੋਬਾਈਲ ਤੁਹਾਡਾ ਪਾਣੀ 'ਚ ਡਿੱਗ ਜੇ, ਮੋਬਾਈਲ ਖਰਾਬ ਹੋ ਜੇ, ਦੈਨ ਕੀ ਕਰੋਗੇ, ਲਿਸਟ ਕਿੱਥੋਂ ਕੱਢੋਗੇ। ਬੜੇ ਫਿਰ ਨੈਕਸਟ ਬਹਾਨਾ ਬਣਾ ਦੇਣਗੇ ਕਿ ਸਰ ਸਾਡੀ ਲਿਸਟ ਤੁਹਾਡੇ ਦਿਮਾਗ ਦੇ ਵਿੱਚ ਹੈਗੀ ਆ, ਅਸੀਂ ਦਿਮਾਗ ਦੇ ਵਿੱਚ ਸਾਰਾ ਕੁਝ। ਤੇ ਬਾਈ ਚਾਂਸ ਕਈ ਵਾਰੀ ਕੋਈ ਇਦਾਂ ਦੀ ਪ੍ਰੋਬਲਮ ਹੋ ਜਾਏ ਤੇ ਬੰਦਾ ਉਹਨੇ ਕੋਈ ਕਹਿੰਦੇ ਮੈਂ ਯਾਦ ਰੱਖਿਆ ਹੈ, ਉਹ ਅਲੱਗ-ਅਲੱਗ ਤਰ੍ਹਾਂ ਦੇ ਐਕਸਕਿਊਜ਼ ਦੇਣਗੇ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਨੈਟ ਲਿਸਟ ਵਗੈਰਾ ਨਾ ਕ੍ਰੀਏਟ ਕੀਤੀ ਜਾਵੇ। ਹੁਣ ਇੱਥੇ ਆਈ ਦੀ ਗੱਲ ਸਿਸਟਮ ਦੀ, ਕਿ ਸਿਸਟਮ ਵਿੱਚ ਕੀ ਕਹਿੰਦਾ ਹੈ। ਸਿਸਟਮ ਸਾਨੂੰ ਕਹਿੰਦਾ ਕਿ ਲਿਸਟ ਬਣਾਓ, ਲਿਸਟ ਜ਼ਰੂਰੀ ਹੈ ਬਣਾਉਣੀ। ਤੇ ਇੱਥੇ ਵਿੱਚ ਦੋ ਹੀ ਪੁਆਇੰਟ ਹੁੰਦੇ, ਸਫਲਤਾ ਤੇ ਅਸਫਲਤਾ। ਸਫਲਤਾ ਤੇ ਅਸਫਲਤਾ ਵਿੱਚ ਇਕੱਲਾ ਇੱਕ ਸ਼ਬਦ ਦਾ ਫਰਕ ਹੈ, ਏ ਦਾ। ਉਹ ਜਿਹੜੇ ਸਫਲ ਲੋਕ ਹੁੰਦੇ ਨੇ, ਸਫਲ ਲੋਕ ਹਮੇਸ਼ਾ ਤੁਹਾਨੂੰ, ਸਫਲ ਲੋਕ ਜਿਹੜੇ ਹੋਣਾ ਚਾਹੁੰਦੇ ਨੇ ਜਾਂ ਹੋਏ ਨੇ, ਉਹ ਤੁਹਾਨੂੰ ਸਹੀ ਡਾਇਰੈਕਸ਼ਨ ਤੇ ਸਿੱਧਾ ਵੇ ਦੱਸਣਗੇ, ਤੁਸੀਂ ਉਸ ਚੀਜ਼ ਨੂੰ ਫੋਲੋ ਕਰਨਾ ਤੇ ਉਹਦੇ ਤੇ ਚੱਲਣਾ। ਤੇ ਅਸਫਲ ਲੋਕ ਤੁਹਾਨੂੰ ਹਰ ਵਾਰ ਤੁਹਾਨੂੰ ਬਹਾਨੇ ਬਣਾਉਣਗੇ, ਰੀਜ਼ਨ ਦੇਣਗੇ ਅਲੱਗ-ਅਲੱਗ ਕਰ। ਹੁਣ ਨੋਰਮਲੀ ਗੱਲ ਜਦੋਂ ਮੈਂ ਹੁਣ ਵੇਖ ਲਓ, ਦੁਬਈ ਦੇ ਵਿੱਚ ਮੈਂ ਜੋਬ ਕੀਤੀ ਆਲਰੇਡੀ, ਡਰਾਈਵਿੰਗ ਟੈਸਟ ਹੀ ਮੇਰਾ। ਸਿੰਪਲ ਜੀ ਐਗਜ਼ਾਮਪਲ ਦਿੰਦਾ ਮੈਂ ਕਿ ਤਕਰੀਬਨ ਜਿਹੜਾ ਐਕਸਪੀਰੀਅੰਸ ਪਰਸਨ ਹੁੰਦੇ ਨੇ, ਨਿਊ ਪਰਸਨ ਜਦੋਂ ਕੋਈ ਕਿਸੇ ਨੇ ਕੋਈ ਇੱਥੇ ਇੰਡੀਆ 'ਚ ਨਹੀਂ ਡਰਾਈਵਿੰਗ ਦਿੱਤੀ ਸਿੱਖੀ, ਜਿਹਨੂੰ ਨਹੀਂ ਆਉਂਦੀ ਡਰਾਈਵਿੰਗ, ਉਹ ਦੁਬਈ ਵਗੈਰਾ 'ਚ ਜਾਏਗਾ, ਜਦੋਂ ਤਾਲੀਮ ਲਏਗਾ ਸਿੱਖੇਗਾ, ਉਹ ਆਈ ਥਿੰਕ ਮੇਰੇ ਖਿਆਲ ਨਾਲ ਇੱਕ ਵਾਰੀ ਮੈਕਸੀਮਮ ਜਾਂ 2 ਵਾਰੀ ਫੇਲ ਹੋਏਗਾ, ਉਹ ਥਰਡ ਟਾਈਮ ਉਹਨੂੰ ਪੱਕਾ ਲਾਇਸੈਂਸ ਮਿਲ ਜਾਂਦਾ। ਕਿਉਂ? ਕਿਉਂਕਿ ਉਹ ਜਿਹੜਾ ਉਹਦਾ ਗੁਰੂ ਹੁੰਦਾ, ਜਿਹੜਾ ਉਹਦਾ ਮੈਂਟਰ ਹੈ, ਜਿਹਦੇ ਕੋਲ ਗੱਡੀ ਸਿੱਖ ਰਿਹਾ, ਉਹ ਉਹਦੇ ਕੋਲ ਸਹੀ ਤਰੀਕੇ ਨਾਲ, ਕਿਉਂਕਿ ਉਹ ਸਹੀ ਨੌਲੇਜ ਹੀ ਲਏਗਾ, ਉਹ ਸਹੀ ਨੌਲੇਜ ਲੈ ਕੇ ਜਲਦੀ ਗੱਡੀ ਸਿੱਖੇਗਾ। ਤੇ ਜਿੱਥੇ ਹੁਣ ਮੈਂ ਇੰਡੀਆ 'ਚ ਆਲਰੇਡੀ 10 ਤੋਂ 15 ਸਾਲ ਪਹਿਲਾਂ ਗੱਡੀ ਚਲਾਉਂਦਾ ਰਿਹਾ, ਦੁਬਈ ਗਏ, ਜਾ ਕੇ ਗੱਡੀ ਚਲਾਉਣੀ ਸ਼ੁਰੂ ਕੀਤੀ। ਉੱਥੇ ਕੀ ਹੋਇਆ, ਕਿਉਂਕਿ ਮੇਰਾ 15 ਸਾਲ ਦਾ ਐਕਸਪੀਰੀਅੰਸ ਸੀ, ਮੈਂ ਉਹਦੇ ਵਿੱਚ ਵਾੜਦੇ ਆ, ਬਾਰ-ਬਾਰ ਵਿੱਚ ਵਾੜਦਾ ਹਾਂ। ਉਹ ਮੈਂ ਇੱਕ ਵਾਰੀ ਫੇਲ, 2 ਵਾਰੀ ਫੇਲ, ਮੈਨੂੰ 7 ਤੋਂ 8 ਵਾਰ ਮੈਨੂੰ ਫੇਲ ਹੋਣਾ ਪਿਆ। ਕਿਸ ਕਾਰਨ ਕਰਕੇ? ਕਿਉਂਕਿ ਮੈਂ ਵਿੱਚ ਆਪਣੇ ਜੈਕ ਲਾਉਣਾ, ਆਪਣੇ ਆਈਡੀਆ ਲਾਉਣਾ, ਉਹਨਾਂ ਕਾਰਨਾਂ ਕਰਕੇ ਮੈਂ ਫੇਲ ਹੋਇਆ। ਤੇ ਜੇ ਕਈਆਂ ਨੂੰ ਸਮਝਾ ਕੇ, ਸਿਸਟਮ ਦਾ ਸਮਝਾ ਕੇ ਜੇ ਲਿਸਟ ਵੱਲੋਂ ਬਣਾਉਣ ਨੂੰ ਕਹਿ ਵੀ ਦਈਏ, ਤਾਂ 20-25% ਦੀ ਲਿਸਟ ਬਣਾ ਕੇ ਦੇ ਦੇਣ ਕਿ ਮੈਂ ਤੇ ਇੰਨੇ ਕੁ ਜਣਿਆਂ ਨੂੰ ਜਾਣਦਾ। ਠੀਕ ਹੈ, ਇਹ ਜਿਹੜਾ ਵਾਇਰਸ ਹੈ ਨਾ, ਜਿਹੜਾ ਕੰਮ ਨੂੰ ਅਸਫਲ ਕਰਨ ਦਾ ਜਿਹੜਾ ਵਾਇਰਸ ਹੈ ਸਿਸਟਮ ਦੇ ਵਿੱਚ, ਸਿਸਟਮ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਹੁਣ ਸਿੰਪਲ ਜਿਹਾ ਇੱਕ ਹੋਰ ਐਗਜ਼ਾਮਪਲ, ਹੁਣ
ਹੈਡਲਸ ਹੁੰਦੀਆਂ, ਟ੍ਰੇਨ ਚੱਲਦੀ ਹੈ, ਟ੍ਰੇਨ ਹਮੇਸ਼ਾ ਸਿੱਧੀ ਚੱਲਦੀ ਹੈ। ਟ੍ਰੇਨ ਜਦੋਂ ਸਿੱਧੀ ਚੱਲਦੀ ਹੈ ਤੇ ਜਿਹੜੇ ਫਾਟਕ ਵਗੈਰਾ ਹੁੰਦੇ ਨੇ ਉਹ ਟ੍ਰੇਨ ਦੇ ਰਸਤੇ 'ਚ ਹੁੰਦੇ ਨੇ ਕਿ ਪਰਸਨ ਜਿਹੜੇ ਲੋਕ ਲੰਘਦੇ ਨੇ ਲੋਕਾਂ ਦੇ ਰਸਤੇ 'ਚ ਹੁੰਦੇ ਨੇ? ਲੋਕਾਂ ਦੇ ਰਸਤੇ 'ਚ ਹੁੰਦੇ ਨੇ। ਕਿਉਂ? ਕਿਉਂਕਿ ਲੋਕਾਂ ਨੂੰ ਟੇਢਾ ਮੇਢਾ ਚੱਲਣ ਦੀ ਆਦਤ ਹੈ ਕਿ ਇੱਧਰ ਉੱਧਰ ਦੀ। ਟ੍ਰੇਨ ਹਮੇਸ਼ਾ ਸਿੱਧੀ ਜਾਂਦੀ ਹੈ। ਟ੍ਰੇਨ ਦੇ ਇਸ ਕਰਕੇ ਕੀ ਹੁੰਦਾ, ਟ੍ਰੇਨ ਦੀ ਰੁਕਾਵਟ ਘੱਟ ਹੁੰਦੀ ਹੈ ਤੇ ਸਾਡੇ ਵਰਗੇ ਪਰਸਨ ਜਿਹੜੇ ਪੁੱਠੇ ਤਰੀਕੇ ਨੇ, ਵਿੰਗੇ ਟੇਢੇ ਵੇ ਲਾ ਕੇ ਕਿਸੇ ਨਾ ਕਿਸੇ ਤਰੀਕੇ ਸਫਲ ਹੋਣ ਪੈਂਦੇ ਨੇ, ਉਹ ਇਸ ਚੀਜ਼ ਦੇ ਵਿੱਚ ਫਿਰ ਰਹਿ ਜਾਂਦੇ ਨੇ। ਠੀਕ ਹੈ। ਕਾਫੀ ਤਰ੍ਹਾਂ ਦੇ ਲੋਕ ਆਪਣੇ ਫਿਲਟਰ ਲਾਉਂਦੇ ਨੇ, ਲਿਸਟ ਨੂੰ ਵੱਡਾ ਨਹੀਂ ਕਰ ਸਕਦੇ। ਲਿਸਟ ਤੁਹਾਡੇ ਬਿਜ਼ਨਸ ਦੀ ਇੱਕ ਸਥਾਪਨਾ ਹੈ, ਤੁਹਾਡਾ ਇੱਕ ਕਹਿ ਸਕਦੇ ਥੰਮ ਆ। ਜਦੋਂ ਤੁਹਾਡੀ ਲਿਸਟ ਤੁਹਾਡੇ ਕੋਲ ਕ੍ਰੀਏਟ ਹੋਈ ਹੋਏਗੀ, ਤੁਹਾਡੇ ਕੋਲ ਲਿਸਟ ਬਣੀ ਹੋਏਗੀ, ਤਾਂ ਤੁਹਾਨੂੰ ਬਹੁਤ ਮੋਟੀਵੇਟ ਕਰੇਗੀ, ਤੁਹਾਨੂੰ ਬਿਜ਼ਨਸ 'ਚ ਅੱਗੇ ਵਧਣ ਵਿੱਚ ਬਹੁਤ ਹੈਲਪ ਕਰੇਗੀ। ਇਹ ਲਿਸਟ ਜ਼ਰੂਰੀ ਹੈ। ਹੁਣ ਸੈਕਿੰਡ ਪੁਆਇੰਟ ਹੈ, ਮੇਕ ਏ ਬਿਗ ਲਿਸਟ। ਕਿ ਵੱਡੀ ਲਿਸਟ ਕਿੱਦਾਂ ਕੀਤੀ ਜਾਏ ਔਰ ਵੱਡੀ ਲਿਸਟ ਕਿਉਂ ਕਰਨੀ ਚਾਹੀਦੀ? ਜੇ ਲੋਕ 40 ਤੋਂ 50 ਜਣੇ ਦੀ ਲਿਸਟ ਬਣਾਈ ਹੋਏਗੀ ਤੇ 40 ਤੋਂ 50 ਜਣੇ ਦੀ ਲਿਸਟ ਬਣਾਈ ਹੈ, ਉਹਨਾਂ ਚੋਂ ਆਪਾਂ ਉਹਨਾਂ ਨੂੰ ਮਿਲਾਂਗੇ 25 ਤੋਂ 30 ਜਣੇ ਨੂੰ ਮਿਲਿਆ, ਉਹਦੇ ਚੋਂ 1 2 ਜਣੇ ਜੁੜੇ, ਬਾਕੀ ਨਹੀਂ ਜੁੜੇ, ਤੇ ਆਪਾਂ ਨੂੰ ਕੀ ਹੋਏਗਾ, ਜਲਦੀ ਨਿਰਾਸ਼ਾ ਆਪਣੇ ਤੇ ਹਾਵੀ ਹੋਏਗੀ। ਉਹਦੇ ਵਿੱਚ ਫਿਰ ਕੋਸ਼ਿਸ਼ ਕਰਨੀ ਲਿਸਟ ਨੂੰ ਵਿੱਚ ਹਰ ਤਰ੍ਹਾਂ ਦੇ ਲੋਕ ਨੂੰ ਐਡ ਕੀਤਾ ਜਾਏ। ਆਪਾਂ ਕਿਸੇ ਨੂੰ ਇਹ ਨਹੀਂ ਸੋਚਣਾ ਕਿ ਯਾਰ ਇਹ ਪਰਸਨ ਬਹੁਤ ਅਮੀਰ ਆ ਜਾਂ ਇਹ ਨਹੀਂ ਕਰ ਸਕਦਾ ਜਾਂ ਇਹ ਬਹੁਤ ਹਾਈ ਕਲਾਸ ਪਰਸਨ ਆ ਜਾਂ ਬਿਲਕੁਲ ਉਹਨੂੰ ਇਸ ਲੈਵਲ ਦਾ ਨਹੀਂ ਸਮਝਣਾ ਕਿ ਭਈ ਇਹ ਨਹੀਂ ਕਰ ਸਕਦਾ। ਬਾਕੀ ਕਿਸੇ ਵੀ ਤਰੀਕੇ ਦਾ ਹੋ ਗਿਆ ਕਿ ਉਹ ਹੋ ਸਕਦਾ ਤੁਹਾਡੇ ਫੈਮਿਲੀ ਰਿਲੇਟਿਵਸ ਹੋਣ। ਕਈ ਵਾਰੀ ਹੁੰਦਾ ਹੈ ਜਿੱਦਾਂ ਕਿ ਆਪਣੇ ਘਰ ਦੀ ਮੁਰਗੀ ਦੀ ਦਾਲ ਬਰਾਬਰ। ਘਰ ਦੇ ਜਿਹੜੇ ਲੋਕ ਹੁੰਦੇ ਨੇ ਉਹ ਤੁਹਾਡੀ ਗੱਲ ਨਹੀਂ ਸੁਣਦੇ। ਉੱਥੇ ਕੀ ਹੁੰਦਾ ਹੈ, ਉੱਥੇ ਥਰਡ ਪਾਰਟੀ ਅਪਰੋਚ ਲਾਈਦੀ ਹੈ, ਯਾਨੀ ਕਿ ਤੁਹਾਡੀ ਅਪਲਾਈਨ। ਤੁਸੀਂ ਜਿਹੜੇ ਬੰਦਾ ਤੁਹਾਡੀ ਗੱਲ ਨਹੀਂ ਸੁਣ ਰਿਹਾ, ਉਹ ਤੁਹਾਡੀ ਅਪਲਾਈਨ ਦੀ ਜ਼ਰੂਰ ਗੱਲ ਸੁਣੇਗਾ। ਠੀਕ ਹੈ ਜੀ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਕਿਸੇ ਨੂੰ ਜੱਜ ਨਾ ਕੀਤਾ ਜਾਏ, ਕਿਸੇ ਨੂੰ ਆਪਾਂ ਫਿਲਟਰ ਨਹੀਂ ਕਰਨਾ, ਫਿਲਟਰ ਨਹੀਂ ਲਾਉਣਾ ਆਪਣਾ ਕਿ ਭਈ ਇਹ ਕਰੇਗਾ ਇਹ ਨਹੀਂ ਕਰੇਗਾ। ਹੁਣ ਐਗਜ਼ਾਮਪਲ ਦੇ ਕੇ ਦੱਸਦਾ, ਜਿੱਦਾਂ ਘਰ ਦੇ ਵਿੱਚ ਆਪਾਂ ਮੰਨ ਲਓ 5 ਪਰਸਨ ਆ ਤੇ 5 ਪਰਸਨ ਆ ਤੇ ਉਹਨਾਂ ਦਾ ਜਿਹੜਾ ਮੇਨ ਮੁਖੀਆ ਉਹ 5 ਸੇਬ ਲੈ ਕੇ ਆਉਂਦਾ। ਉਹ 5 ਸੇਬ ਲੈ ਕੇ 5 ਜਣਿਆਂ ਨੂੰ ਇੱਕ ਇੱਕ ਸੇਬ ਦਿੱਤਾ, ਵਿੱਚੋਂ ਇੱਕ ਸੇਬ ਖਰਾਬ ਨਿਕਲ ਆਇਆ। ਇੱਕ ਸੇਬ ਖਰਾਬ ਨਿਕਲ ਆਇਆ ਤਾਂ ਉੱਥੇ ਕੀ ਕੀਤਾ ਜਾਏਗਾ? ਉਹ ਸੇਬ ਨੂੰ ਫਿਰ ਮਜਬੂਰ ਨੇ ਨਾ ਕਿ ਉਹਨੂੰ ਛਿੱਲੇਗਾ, ਉਹਨੂੰ ਸਾਈਡ ਤੋਂ ਸਾਫ਼ ਸੂਫ ਕਰਕੇ ਸਾਈਡ ਤੇ ਰੱਖਾਂਗੇ। ਹੁਣ ਉਹਨੂੰ ਖਾਣਾ ਉਹੀ ਚੀਜ਼ ਨੂੰ ਐਡਜਸਟ ਕਰਨਾ ਪੜੇਗਾ। ਕਿਉਂ? ਕਿਉਂਕਿ ਆਪਣੇ ਕੋਲ ਆਪਸ਼ਨ ਨਹੀਂ ਹੈਗੀ। ਜਦ ਕਿ ਆਪਾਂ ਅਗਰ ਜ਼ਿਆਦਾ ਸੇਬ ਲਿਆ ਸਕਦੇ ਤੇ ਆਪਾਂ ਉਹਦੇ ਚੋਂ ਸਿਲੈਕਟ ਕਰ ਸਕਦੇ। ਔਰ ਆਪਾਂ ਨੂੰ ਖੁਸ਼ੀ ਇਸ ਚੀਜ਼ ਦੀ ਹੋਏਗੀ ਕਿ ਇੰਡੀਆ ਜਿਹੜਾ ਹੈ ਨਾ, ਆਪਾਂ ਇੰਡੀਆ ਦੇ ਵਿੱਚ ਆਪਣਾ ਫੁੱਲੀ ਲੋਡਡ ਟਰੱਕ ਆ ਸੇਬਾਂ ਦਾ, ਕਿ ਆਪਾਂ ਜਿੰਨੀ ਵੱਡੀ ਆਪਣੀ ਲਿਸਟ ਬਿਲਡ ਕਰਾਂਗੇ, ਜਿੰਨਾ ਵੱਡਾ ਆਪਾਂ ਕ੍ਰਾਈਟੇਰੀਆ ਬਣਾਵਾਂਗੇ, ਓਨਾ ਹੀ ਵੱਡਾ ਆਪਣਾ ਬਿਜ਼ਨਸ ਨੂੰ ਆਪਾਂ ਡਿਵੈਲਪ ਕਰ ਸਕਦਾ। ਕਿਉਂਕਿ ਇੰਡੀਆ ਇੱਕ ਪੂਰਾ ਸੇਬਾਂ ਦਾ ਟਰੱਕ ਆ ਕਿ ਜਿੰਨੀ ਇੱਥੇ ਜਨਸੰਖਿਆ, ਜਿੰਨੀ ਇੱਥੇ ਪੀਪਲਸ ਨੇ, ਆਪਾਂ ਕੋ ਨਿਰਾਸ਼ ਹੁੰਦੀ, ਆਪਾਂ ਕੋ ਸਿਲੈਕਸ਼ਨ ਕਰਨ ਦੀ ਬਹੁਤ ਜ਼ਿਆਦਾ ਆਪਸ਼ਨ ਆ ਕਿ ਆਪਾਂ ਦਿਨਾਂ 'ਚ ਆਪਣਾ ਬਿਜ਼ਨਸ ਨੂੰ ਵਿਸਤਾਰ ਕਰ ਸਕਦੇ ਹਾਂ। ਡਿਪੈਂਡ ਕਰਦਾ ਤੁਹਾਡੀ ਲਿਸਟ ਕਿੱਡੀ ਵੱਡੀ ਹੈ। ਲਿਸਟ ਤੁਹਾਡਾ ਪੋਸਚਰ ਬਿਲਡ ਕਰਦੀ ਹੈ। ਲਿਸਟ ਤੁਹਾਨੂੰ ਆਪਣੇ ਆਪ ਤੇ ਐਟੀਟਿਊਡ, ਤੁਹਾਡੇ ਅੰਦਰ ਇੱਕ ਹਿੰਮਤ ਕ੍ਰੀਏਟ ਕਰਦੀ ਹੈ ਕਿ ਤੁਹਾਡੇ ਕੋਲ ਆਪਸ਼ਨ ਹੈ। ਤੁਸੀਂ ਕਦੀ ਵੀ ਕਿਸੇ ਦੇ ਅੱਗੇ ਝੁਕਣਾ ਨਹੀਂ, ਮਤਲਬ ਕਿ ਡਰਨਾ ਨਹੀਂ, ਕਿ ਤਰਲੇ ਨਹੀਂ ਮਾਰਨੇ ਕਿ ਯਾਰ ਤੂੰ ਮੇਰੇ ਨਾਲ ਜੁਆਇਨ ਕਰ ਲਾ, ਮੇਰੇ ਕੋਲ ਬੰਦੇ ਨਹੀਂ ਹੈਗੇ, ਤੂੰ ਮੇਰੇ ਨਾਲ ਜੁਆਇਨ ਕਰ ਲਾ, ਤੂੰ ਮੇਰੇ ਨਾਲ ਜੁਆਇਨ ਕਰ ਲਾ। ਕਿਸੇ ਦੇ ਅੱਗੇ ਇੰਨਾ ਨਹੀਂ ਕਹਿਣਾ ਕਿ ਅਗਲੇ ਨੂੰ ਇਦਾਂ ਦਾ ਲੱਗੇ ਕਿ ਉਹਨੂੰ ਮੇਰੀ ਨੀਡ ਹੈ, ਕਿ ਅਗਲਾ ਤੁਹਾਨੂੰ ਸੋਚੇ ਕਿ ਮਤਲਬ ਕਿ ਅਗਲੇ ਨੂੰ ਲੱਗੇ ਕਿ ਮੈਂ ਇਹਦੇ ਨਾਲ ਜੁੜਾਂਗਾ ਤੇ ਇਹਦਾ ਕਾਮਯਾਬ ਹੋਏਗਾ, ਅਗਰ ਮੈਂ ਨਹੀਂ ਜੁੜਾਂਗਾ ਤੇ ਇਹਨੇ ਫੇਲ ਹੋ ਜਾਣਾ। ਇਦਾਂ ਦੀ ਸਿਚੁਏਸ਼ਨ ਤਦ ਹੀ ਕ੍ਰੀਏਟ ਹੁੰਦੀ ਆ ਜਦ ਉਹਦੀ ਲਿਸਟ ਛੋਟੀ ਹੋਏਗੀ। ਠੀਕ ਹੈ। ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਾਡੀ ਲਿਸਟ ਇੰਨੀ ਵੱਡੀ ਹੋਏ ਕਿ ਸਾਡਾ ਪੋਸਚਰ ਸਟਰੋਂਗ ਹੋਵੇ, ਕਿ ਆਪਾਂ ਆਪਣੇ ਆਪ ਤੇ ਕੌਨਫੀਡੈਂਸ ਹੋਈਏ ਕਿ ਵੀ ਤੂੰ ਕਰਨਾ ਕਰ, ਨਹੀਂ ਕਰਨਾ ਤੇ ਮੈਂ ਨੈਕਸਟ ਪਰਸਨ ਕੋ ਜਾ ਰਿਹਾ। ਉਹ ਤਦ ਹੀ ਕਰ ਸਕਦਾ ਜਦ ਉਹਦੀ ਲਿਸਟ ਵੱਡੀ ਹੋਏਗੀ, ਲਿਸਟ ਆਫ ਪੀਪਲਸ ਵੱਡੇ ਹੋਣਗੇ। ਨੈਕਸਟ ਸਲਾਈਡ ਤੇ ਚੱਲਦੇ ਹਾਂ। ਡੋਂਟ ਪ੍ਰੀਜਜ ਐਨੀਵਨ। ਲੋਕ ਕੀ ਕਰਦੇ ਨੇ ਜ਼ਿਆਦਾਤਰ, ਕੀ ਹੁੰਦਾ ਜਦੋਂ ਮੈਂ ਬੜੀ ਵਾਰੀ ਵੇਖਿਆ ਕਿ ਲਿਸਟ ਬਣਾਉਂਦੇ ਆ ਕਿ ਆਪਾਂ ਕਹਿੰਦੇ ਕਿ ਲਿਸਟ ਕਿੰਨੇ ਦੀ ਬਣਾਈ ਆ, ਲਿਸਟ 20% ਦੀ, 40% ਦੀ, 50% ਦੀ। ਜਦੋਂ ਉਹਨੂੰ ਪੁੱਛੀਦਾ ਕਿ ਬਾਕੀ ਜਣੇ ਨੂੰ ਕਿਉਂ ਨਹੀਂ ਇਹਦੇ ਚ ਐਡ ਕੀਤਾ, ਉਹ ਕਹਿੰਦੇ ਨਹੀਂ ਉਹ ਨਹੀਂ ਕਰ ਸਕਦਾ, ਆਹ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਉਹ ਹਾਈ ਕਲਾਸ ਪੀਪਲ ਨੇ, ਜਾਂ ਉਹ ਜੀ ਉਹ ਮੱਤ ਬੁੱਧੀ ਆ ਜੀ, ਏਦਾਂ ਆ, ਉਹ ਅਨਪੜ੍ਹ ਆ, ਉਹ ਇਹ ਪੜ੍ਹੇ ਲਿਖਿਆਂ ਦਾ ਬਿਜ਼ਨਸ ਹੈ, ਉਹ ਨਹੀਂ ਕਰ ਸਕਦਾ। ਕਿਸੇ ਨਾ ਕਿਸੇ ਤਰੀਕੇ ਦਾ ਹੀ ਫਿਲਟਰ ਲਾ ਦਿੰਦੇ ਆ। ਉਹਦੀ ਕਲਾਸ ਛੋਟੀ ਆ, ਆਈ ਥਿੰਕ ਉਹ ਦੂਜੀ ਸਮਾਜ ਦੇ ਨਾਲ ਨਿਰਭਰ ਹੈ ਉਹਦਾ, ਕਿ ਉਹਨੂੰ ਇਸ ਚੀਜ਼ ਬਾਰੇ ਅਸੀਂ ਉਹਨੂੰ ਨਹੀਂ ਐਡ ਕਰਨ ਬਾਰੇ ਸੋਚਦੇ। ਕਿਉਂ? ਉਹ ਅਸੀਂ ਸੋਚਦੇ ਹਾਂ ਕਿ ਆਪਣੇ ਲੈਵਲ ਦੇ ਆਪਾਂ ਪ੍ਰੀ ਜੱਜ ਲਾਉਂਦੇ ਕਿ ਪ੍ਰੀ ਜੱਜ ਕਰਕੇ ਅਗਲੇ ਦੀ ਆਪਣੀ ਲਿਸਟ ਹੁੰਦੀ। ਬਟ ਇੱਕ ਗੱਲ
ਤੁਹਾਨੂੰ ਜਿਹੜੀ ਕਾਮਯਾਬ ਜਿਹੜੇ ਲੋਕ ਹੁੰਦੇ, ਕਾਮਯਾਬ ਲੋਕਾਂ ਦੀ ਸੀਰਤ ਤੇ ਗੁਣਾਂ ਤੇ ਸਿਰ ਤੇ ਕਾਮਯਾਬ ਹੁੰਦੇ। ਉਹ ਸ਼ਕਲ सूरत ਤੇ नहीं निर्भर करता। इंसान अपनी शक्ल सूरत से कामयाब नहीं होते, अपने सीरत और गुणों से कामयाब होते। ठीक है जी। ਨੈਕਸਟ ਪੁਆਇੰਟ ਲਿਸਟ ਦੇ ਵਿੱਚ ਬਣਾਉਣ ਦਾ ਕਿ ਆਪਾਂ ਨੈਕਸਟ ਲਿਸਟ ਨੂੰ ਆਪਾਂ ਕਰਦੇ ਸਿਟੀ ਵਾਈਜ਼ ਦੇ ਵਿੱਚ। ਇਹ ਸਿਟੀ ਵਾਈਜ਼ ਚ ਲਿਸਟ ਨੂੰ ਕਿਉਂ ਕਰਨਾ ਚਾਹੀਦਾ? ਕਿਉਂ ਕਰਨਾ ਚਾਹੀਦਾ? ਇਸ ਕਰਕੇ ਕਿ ਲਿਸਟ ਦੇ ਜਦੋਂ ਆਪਾਂ ਸਿਟੀ ਵਾਈਜ਼ ਬਣਾ ਲਿਆ ਕਿ ਮੇਰੇ ਕੰਟੈਕਟ ਜਿਹੜੇ ਬਟਾਲਾ ਦੇ ਨੇ, ਬਟਾਲੇ ਦੇ ਬਣਾ ਲਏ, ਜੋ ਜਲੰਧਰ ਦੇ ਨੇ ਜਲੰਧਰ ਦੇ ਕੰਟੈਕਟ ਬਣਾ ਲਏ, ਜੋ ਹਰਿਆਣੇ ਦੇ ਨੇ ਹਰਿਆਣੇ ਦੇ ਕੰਟੈਕਟ ਇੱਕ ਜਗ੍ਹਾ ਕਰ ਲਏ, ਗੁਜਰਾਤ ਤੇ ਇੱਕ ਜਗ੍ਹਾ ਕਰ ਲਏ, ਅਲੱਗ-ਅਲੱਗ ਸਟੇਸ਼ਨ ਜਿੱਦਾਂ ਕਿ ਆਪਾਂ ਸਟੇਸ਼ਨ ਵਾਈਜ਼ ਉਹਨਾਂ ਨੂੰ ਲਿਸਟ ਬਣਾ ਲਈ। ਉਹਦੇ ਨਾਲ ਕੀ ਹੋਏਗਾ ਕਿ ਆਪਣੀ ਆਪਲੈਨ ਕੱਲੀ ਇੱਕ ਜਗ੍ਹਾ ਨਹੀਂ ਕੰਮ ਕਰਦੀ। ਜਿੱਦਾਂ ਆਪਣੀ ਮੀਟਿੰਗ ਜਲੰਧਰ ਵੀ ਹੁੰਦੀਆਂ, ਬੰਗੇ ਹੁੰਦੀਆਂ, ਨਵਾਂ ਸ਼ਹਿਰ ਹੁੰਦੀਆਂ, ਅੰਮ੍ਰਿਤਸਰ ਹੁੰਦੀਆਂ, ਗੁਰਦਾਸਪੁਰ ਹੁੰਦੀ, ਜਿੱਥੇ ਵੀ ਕਿਸੇ ਦਾ ਕੋਈ ਕੰਟੈਕਟ ਸਰਕਲ ਹੋਏਗਾ ਅਸੀਂ ਉਹਨੂੰ ਸਿਸਟਮ ਦੀ ਪ੍ਰੋਪਰ ਨੌਲੇਜ ਦੇ ਕੇ ਉਹਨੂੰ ਉੱਥੇ ਮੀਟਿੰਗ ਦੇ ਨਾਲ ਜੋੜ ਸਕਦੇ ਹਾਂ ਕਿ ਉਹ ਉੱਥੇ ਆਪਣੇ ਬਿਜ਼ਨਸ ਨੂੰ ਡਿਵੈਲਪ ਕਰੇ ਤੇ ਤੁਹਾਨੂੰ ਉਸ ਚੀਜ਼ ਦਾ ਪ੍ਰੋਪਰ ਬੈਨੀਫਿਟ ਹੋਵੇ। ਲਿਸਟ ਨੂੰ ਕੀ ਹੁੰਦਾ? ਲਿਸਟ ਜਿਹੜਾ ਆਪਣਾ ਜਿਹੜੀ ਬੁੱਕ ਬਣਾਈ ਹੈ, ਆਪਣਾ ਜਿਹੜਾ ਰਜਿਸਟਰ ਹੈ, ਉਸ ਚੀਜ਼ ਨੂੰ ਆਪਾਂ ਨੇ ਬਹੁਤ ਕੇਅਰ ਕਰਨੀ ਹੈ। ਕਿਉਂ? ਕਿਉਂਕਿ ਉਹ ਤੁਹਾਡਾ ਇੱਕ ਰਾ ਮਟੀਰੀਅਲ ਹੈ। ਉਹ ਤੁਹਾਨੂੰ ਉਹ ਇੱਕ ਦੌਲਤ ਦਾ ਖਜ਼ਾਨਾ ਕਹਿ ਸਕਦੇ ਹਾਂ। ਉਹ ਤੁਹਾਡਾ ਖਜ਼ਾਨਾ ਹੈ। ਹਰ ਟਾਈਮ ਤੁਹਾਡੇ ਕੰਮ ਆਉਣ ਵਾਲੀ ਚੀਜ਼ ਉਹ ਆ, ਉਹਨੂੰ ਤੁਸੀਂ ਬੜੀ ਉਹਦੀ ਵੈਲਿਊ ਦੇਣੀ ਹੈ। ਉਹ ਆਪਾਂ ਇੱਕ ਵਧੀਆ ਜੀ ਆਪਣੀ ਕਹਿ ਸਕਦੇ ਹਾਂ ਡਾਇਰੀ ਵਗੈਰਾ ਲਾਵਾਂਗੇ ਜਿਹੜੀ ਸਾਫ਼ ਸੁਥਰੀ ਹੋਏ, ਉਹਦੇ 'ਚ ਵਧੀਆ ਤਰੀਕੇ ਨਾਲ ਆਪਣਾ ਪ੍ਰੋਪਰ ਲਿਸਟ ਬਣਾਵਾਂਗੇ ਕਿਉਂਕਿ ਉਹ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਫਿਊਚਰ ਦੇ ਵਿੱਚ ਉਹ ਤੁਹਾਡੇ ਬਹੁਤ ਕੰਮ ਆਉਣੀ ਹੈ। ਉਹਨੇ ਤੁਹਾਨੂੰ ਕਾਮਯਾਬ ਬਣਾਉਣਾ ਹੈ ਕਿਉਂਕਿ ਉਹਦੇ ਵਿੱਚ ਤੁਸੀਂ ਉਹਨਾਂ ਪਰਸਨਸ ਦੇ ਨਾਮ ਲਿਖੇ ਨੇ ਜਿਨ੍ਹਾਂ ਨੇ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਅੰਦਰ ਤੁਹਾਡੀ ਬਿਜ਼ਨਸ ਦੇ ਵਿੱਚ ਯੋਗਦਾਨ ਪਾਉਣਾ, ਤੁਹਾਨੂੰ ਡਿਵੈਲਪ ਕਰਾਉਣਾ, ਤੁਹਾਡੇ ਸੁਪਨੇ ਤੁਹਾਡੇ ਪੂਰੇ ਕਰਾਉਣੇ ਨੇ। ਉਹਨਾਂ ਲੋਕਾਂ ਦੇ ਤੁਸੀਂ ਨਾਮ ਲਿਖੇ ਨੇ, ਉਹਨੂੰ ਤੁਸੀਂ ਰਿਸਪੈਕਟ ਦੇਣੀ ਹੈ ਕਿਉਂਕਿ ਉਹ ਤੁਹਾਡਾ ਰॉ ਮਟੀਰੀਅਲ ਹੈ। ਆਪਾਂ ਅਲੱਗ-ਅਲੱਗ ਸਟੇਸ਼ਨ ਸਿਲੈਕਟ ਕਰ ਸਕਦੇ ਹਾਂ, ਪੰਜਾਬ 'ਚ ਸਿਲੈਕਟ ਕਰ ਸਕਦੇ ਹਾਂ, ਆਊਟ ਆਫ ਕੰਟਰੀ ਆਊਟ ਆਫ ਸਟੇਟ ਵੀ ਸਿਲੈਕਟ ਕਰ ਸਕਦੇ। ਜਿੱਥੇ ਆਪਣੀ ਟੀਮ ਹੈ, ਜਿੱਥੇ ਆਪਣੇ ਪਰਸਨ ਹੈ, ਉਹਨਾਂ ਨੂੰ ਅਸੀਂ ਉੱਥੇ ਦੇ ਸੈਮੀਨਾਰਸ ਉੱਥੇ ਦੇ ਸਿਸਟਮ ਦੇ ਨਾਲ ਆਪਾਂ ਜੁਆਇਨ ਕਰਾ ਸਕਦੇ। ਉਹਦੇ ਨਾਲ ਤੁਹਾਨੂੰ ਅਪਡੇਸ਼ਨ ਤੁਹਾਡੀ ਆਟੋਮੈਟਿਕਲੀ ਤੁਹਾਡਾ ਬਿਜ਼ਨਸ ਡਿਵੈਲਪ ਹੁੰਦਾ ਰਹੇਗਾ ਤੇ ਇਹ ਆਪਾਂ ਨੂੰ ਲਿਸਟ ਦਾ ਬੈਨੀਫਿਟ ਹੈ। ਔਰ ਲਿਸਟ ਨੂੰ ਆਟੋਮੈਟਿਕਲੀ ਲਿਸਟ ਨੂੰ ਆਪਾਂ ਨੂੰ ਅਪਡੇਟ ਵੀ ਕਰਨਾ ਚਾਹੀਦਾ ਰੈਗੂਲਰਲੀ। ਇਹ ਤੇ ਹੈ ਨਹੀਂ ਕਿ ਜਦੋਂ ਅਸੀਂ ਪੈਦਾ ਹੋਏ ਹਾਂ ਤੇ ਪੈਦਾ ਹੁੰਦੇ ਸਾਰ ਹੀ ਸਾਨੂੰ ਤਕਰੀਬਨ ਜਿੰਨੇ ਅੱਜ ਦੀ ਤਰੀਕ 'ਚ ਲੋਕ ਜਾਣਨ ਦਾ ਲੱਗ ਪਏ ਨੇ ਉਹ ਸਾਰੇ ਜਾਣਦੇ ਨੇ ਕਿ ਜਦੋਂ ਆਪਾਂ ਹੌਲੀ ਆਪਣਾ ਸਕੂਲ ਸਰਕਲ 'ਚ ਆਏ, ਫਿਰ ਕਾਲਜ ਸਰਕਲ 'ਚ ਆਏ, ਫਿਰ ਆਪਣੀ ਫੈਮਿਲੀ ਵੱਡੀ ਹੋਈ, ਮਤਲਬ ਮੈਰਿਜ ਫੰਕਸ਼ਨਸ ਆਏ, ਫਿਰ ਆਪਣਾ ਕੋਈ ਬਿਜ਼ਨਸ ਕਰਨ ਦਾ ਪਏ, ਉਸ ਰਿਲੇਟਿਵ ਫੰਕਸ਼ਨ ਹੈ ਤੇ ਨੀਅਰ ਅਬਾਊਟ ਆਪਣੀ ਜਦੋਂ ਬੰਦਾ 20 ਤੋਂ 25 ਸਾਲ ਦੀ ਏਜ ਤੱਕ ਜਾਂਦਾ ਉਹਦੇ ਅੱਛਾ ਖਾਸਾ ਉਹਦਾ ਲੋਕਾਂ ਦਾ ਸਰਕਲ ਬਣ ਜਾਂਦਾ ਹੈ। ਐਵਰੀ ਈਅਰ ਤੁਹਾਨੂੰ ਲਿਸਟ ਨੂੰ ਵੱਡੇ ਕਰਦੇ ਰਹਿਣਾ ਚਾਹੀਦਾ ਹੈ। ਔਰ ਲਿਸਟ ਨੂੰ ਬਣਾਉਣ ਦਾ ਇੱਕ ਸਿੰਪਲ ਜਿਹਾ ਫਾਰਮੂਲਾ ਹੈ, ਉਸ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਉਹ ਫਾਰਮੂਲਾ ਕੀ ਹੈ। ਆਪਣਾ ਫਰੈਂਡਸ ਹੁੰਦਾ ਨਾ, ਫਰੈਂਡਸ ਦਾ ਸਰਕਲ ਸਭ ਤੋਂ ਇਹਦਾ ਆਰਗੈਨਿਕ ਫਾਰਮੂਲਾ ਫॉर ਬਿਗ ਲਿਸਟ ਇੱਕ ਸਿੰਪਲ ਜਿਹਾ ਆਰਗੈਨਿਕ ਜਿਹਨੂੰ ਕਹਿ ਸਕਦੇ ਇੱਕ ਸਰਲ ਤੇ ਵਧੀਆ ਔਰ ਸਿੱਧਾ ਤਰੀਕਾ ਜਿਹੜਾ ਸਿਸਟਮ ਕਹਿੰਦਾ ਹੈ ਉਹ ਆਪਣਾ ਕੀ ਆ ਕਿ ਫਰੈਂਡਸ ਹੁੰਦੇ। ਫਰੈਂਡਸ ਮੀਨਸ ਐਫ ਮੀਨਸ ਫੈਮਿਲੀ ਐਂਡ ਫਰੈਂਡਸ ਹਰ ਕਿਸੇ ਦੇ ਹੋਣਗੇ ਅਪਰੋਕਸੀਮੇਟਲੀ 40 ਤੋਂ 50% ਫਸਟ ਤੁਸੀਂ ਉਹਨਾਂ ਦਾ ਲਿਸਟ ਬਣਾਓ। ਜਿੰਨਾ ਵੀ ਆਪਣੇ 40 ਤੋਂ 50% ਹੈਗੇ ਨੇ ਪਹਿਲਾਂ ਉਹਨਾਂ ਦੀ ਲਿਸਟ ਬਣਾਓ। ਸੈਕਿੰਡ ਪੁਆਇੰਟ ਹੈ ਆਰ ਮੀਨਸ ਰਿਲੇਟਿਵ ਵਿੱਚ ਤੁਹਾਡੇ ਭੂਆ, ਫੂਫੂ, ਸਾਲਾ, ਜੀਜਾ ਤਕਰੀਬਨ ਜਿੰਨੇ ਵੀ ਰਿਸ਼ਤੇਦਾਰ ਵਗੈਰਾ ਹੁੰਦੇ ਨੇ ਉਹ ਸਾਰਿਆਂ ਦਾ ਲਿਸਟ ਆ ਜਾਣੀ ਹੈ। ਉਹ ਆ ਗਏ। ਉਸ ਤੋਂ ਬਾਅਦ ਆਈ ਮੀਨਸ ਇਨ-ਲॉज ਦੇ ਲਈ ਸਸੁਰਾਲ ਦੀ ਫੈਮਿਲੀ, ਸਸੁਰਾਲ ਵਾਲੇ ਪਾਸੇ ਉਹਨਾਂ ਦਾ ਜਿੰਨਾ ਸਰਕਲ ਆ ਉਹ ਸਾਰਿਆਂ ਦਾ ਲਿਸਟ 'ਚ ਨਾਂ ਲਿਖੋ। ਪ੍ਰੀ ਜੱਜ ਕਿਸੇ ਨੂੰ ਨਹੀਂ ਕਰਨਾ, ਉਹ ਸਾਰਿਆਂ ਦਾ ਲਿਸਟ 'ਚ ਨਾਂ ਲਿਖੋ। ਨੈਕਸਟ ਪੁਆਇੰਟ ਈ ਮੀਨਸ ਇੰਜੀਨੀਅਰਿੰਗ ਔਰ ਟੈਕਨੀਕਲ ਪਰਸਨ ਰਿਲੇਟਿਵ ਟੂ ਕਹਿ ਸਕਦੇ ਤੁਹਾਡਾ ਕੋਈ ਵੀ ਕੰਮ ਕਰਨ ਵਾਲੇ ਪਲੰਬਰ ਹੋ ਸਕਦੇ ਨੇ, ਉਹਦੇ 'ਚ ਆਰਕੀਟੈਕਚਰ ਹੋ ਸਕਦਾ ਹੈ, ਕੋਈ ਵੀ ਰਿਲੇਟਿਵ ਟੂ ਹਾਊਸ ਤੇ ਕਿਵੇਂ ਇਲੈਕਟ੍ਰੀਸ਼ੀਅਨ ਹੋ ਗਿਆ, ਕੋਈ ਵੀ ਕੰਮ ਕਰਨ ਵਾਲਾ ਤੁਹਾਡੇ ਨੀਅਰ ਐਂਡ ਡੀਅਰ ਜੋ ਤੁਹਾਡੀ ਫੈਮਿਲੀ ਦੇ ਨਾਲ ਤੁਹਾਡੇ ਘਰ ਕੰਮ ਕਰਦਾ, ਜੋ ਤੁਹਾਡੇ ਏਰੀਆ 'ਚ ਕੋਈ ਕੰਮ ਕਰਦੇ ਨੇ ਉਹਨਾਂ ਦੀ ਲਿਸਟ ਹੋ ਗਈ। ਐਨ ਫॉर ਨੇਬਰਸ ਆਂਢੀ ਗੁਆਂਢੀ ਜਿੰਨੇ ਵੀ ਆਪਣੇ ਪਿੰਡ 'ਚ ਹੋ ਗਏ ਜਾਂ ਆਪਣੇ ਮੁਹੱਲੇ ਦੇ ਵਿੱਚ ਹੋ ਗਏ ਆਂਢੀ ਗੁਆਂਢੀ ਜਿੰਨਿਆਂ ਨੂੰ ਅਸੀਂ ਜਾਣਦੇ ਆ ਉਹਨਾਂ ਬਾਰੇ ਹੋ ਗਿਆ। ਡੀ ਫॉर ਡਾਕਟਰਸ ਐਂਡ ਡ੍ਰੀਮਰਸ ਐਂਡ ਐਸ ਫॉर ਲਾਸਟ ਸਟ੍ਰੇਂਜਰਸ। ਇਹ ਸਾਰੇ ਮਿਲਾ ਕੇ ਆਪਾਂ ਤਕਰੀਬਨ 400 ਤੋਂ 500 ਪੀਪਲ ਹਰ ਕਿਸੇ ਨੂੰ ਤਕਰੀਬਨ ਬੰਦਾ ਉਹਨਾਂ ਨੂੰ ਜਾਣਦਾ ਹੈ ਕਿ ਇੰਨੇ ਕੁ ਪਰਸਨ ਨੂੰ ਆਪਾਂ ਵਧੀਆ ਤਰੀਕੇ ਨਾਲ ਆਪਾਂ ਹਰ ਕੋਈ ਡੀਲ ਕਰਦਾ ਹੈ।
ਹੁਣ ਇਹ ਤੇ ਹੋ ਗਿਆ ਆਪਣਾ ਆਰਗੈਨਿਕ ਵੇ। ਆਰਗੈਨਿਕ ਵੇ ਆ ਜਿਹੜਾ ਆਪਾਂ ਕਿਸ ਵਧੀਆ ਤਰੀਕੇ ਨਾਲ ਆਪਾਂ ਲਿਸਟ ਬਣਾ ਸਕਦੇ ਹਾਂ ਔਰ ਆਰਗੈਨਿਕ ਵੇ ਦੇ ਨਾਲ ਆਪਣਾ ਬਿਜ਼ਨਸ ਕਰ ਸਕਦੇ ਹਾਂ। ਇਨਆਰਗੈਨਿਕ ਵੇ ਕੀ ਹੁੰਦਾ ਹੈ ਕਿ ਅਪਲਾਈਨ ਨੂੰ ਕਹਿਣਾ ਸਰ ਮੇਰੀ ਹੈਲਪ ਕਰ ਦਿਓ, ਮੇਰੀ ਇੱਕ ਲੈਗ ਚਲਾ ਦਿਓ, ਮੇਰੇ ਥੱਲੇ ਤੁਸੀਂ 5-7 ਬੰਦੇ ਲਾ ਦਿਓ, ਮੇਰੀ ਇੱਕ ਲੈਗ ਤੁਸੀਂ ਚਲਾ ਦਿਓ, ਇੱਕ ਲੈਗ ਮੈਂ ਕਿਸੇ ਹੋਰ ਨੂੰ ਕਹਿ ਕੇ ਚਲਾ ਲੂੰਗਾ। ਉਹ ਜੁਗਾੜਬਾਜੀ ਜਿਹਨੂੰ ਕਹਿੰਦੇ ਨੇ। ਪਰ ਉਹ ਜੁਗਾੜਬਾਜੀ ਕੀ ਹੁੰਦੀ ਹੈ, ਕੁਛ ਟਾਈਮ ਲਈ ਹੁੰਦੀ ਹੈ, ਉਹ ਤੁਹਾਨੂੰ ਸਕਸੈਸ ਨਹੀਂ ਕਰਦੀ। ਠੀਕ ਹੈ ਜੀ, ਉਹ ਤੁਹਾਨੂੰ ਮੌਕੇ ਤੇ ਹੋ ਜਾਏਗਾ, ਚੱਲ ਜਾਏਗਾ, ਤੁਹਾਨੂੰ ਅਪਲਾਈਨ ਹੈਲਪ ਕਰੇ। ਕੱਲ ਨੂੰ ਜਦੋਂ ਤੁਹਾਡੀ ਡਾਊਨਲਾਈਨ ਨੇ ਕਹਿਣਾ ਕਿ ਮੇਰੇ ਥੱਲੇ ਵੀ ਪਰਸਨ ਲਾ, ਫਿਰ ਕਿੱਥੋਂ ਲਾਓਗੇ? ਉਹ ਉਹ ਹੈ ਗਲਤ ਤਰੀਕਾ, ਗਲਤ ਤਰੀਕੇ ਨਾਲ ਕੰਮ ਕਰਨਾ। ਸਹੀ ਤਰੀਕਾ ਹੈ ਕਿ ਆਪਣੀ ਪ੍ਰੋਪਰ ਲਿਸਟ, ਅਗਰ 500 ਤੋਂ 600 ਪਰਸਨ ਦੀ ਆਪਣੇ ਕੋਲ ਲਿਸਟ ਹੋਏਗੀ, ਉਹ ਰੈਗੂਲਰਲੀ ਅਸੀਂ ਉਹਨੂੰ ਅਪਗ੍ਰੇਡ ਕਰਦੇ ਰਵਾਂਗੇ। ਉਹਦੇ ਨਾਲ ਕੀ ਹੋਏਗਾ, ਆਪਣੇ ਅੰਦਰ ਪੋਸਚਰ, ਸਾਡਾ ਕੌਨਫੀਡੈਂਸ ਬਿਲਟ ਹੋਇਆ ਰਹੇਗਾ ਕਿ ਆਪਣੇ ਕੋਲ ਪਰਸਨਸ ਦੀ ਬਹੁਤ ਨੇ, ਕਿ ਮੇਰੇ ਕੋਲ ਟਾਈਮ ਨਹੀਂ ਲੱਗ ਰਿਹਾ ਉਹਨਾਂ ਕੋਲ ਪਹੁੰਚਣ ਦਾ, ਜਦ ਕਿ ਮੇਰੇ ਕੋਲ ਲਿਸਟ ਵਿੱਚ ਪਰਸਨਸ ਬਹੁਤ ਨੇ। ਜਦ ਸਾਡੀ ਲਿਸਟ ਛੋਟੀ ਹੋਏਗੀ ਨਾ, ਤੇ ਆਪਾਂ 5-7 10 ਜਣੇ ਨੂੰ 20 ਜਣੇ ਨੂੰ ਪਲਾਨ ਦੱਸ ਕੇ ਤੇ ਆਪਾਂ ਬਹਿ ਜਾਗੇ। ਕਿਉਂ? ਨਿਰਾਸ਼ ਹੋ ਜਾਏंगे, ਨਿਰਾਸ਼ ਜਲਦੀ ਹੋ ਜਾਏंगे, ਕਿਉਂਕਿ ਆਪਾਂ ਨੂੰ ਆਊਟਪੁੱਟ ਨਹੀਂ ਮਿਲੀ। ਆਊਟਪੁੱਟ ਆਟੋਮੈਟਿਕਲੀ ਆਪਾਂ ਨੂੰ ਪਤਾ ਹੈ ਕਿ 10 ਵਿੱਚੋਂ 2 ਤੋਂ 3% ਤੁਹਾਨੂੰ ਕੁਆਲਿਟੀ ਵਾਈਜ਼ ਪਰਸਨ ਮਿਲਣਗੇ ਜਿਹੜੇ ਤੁਹਾਡੇ ਨਾਲ ਵਧੀਆ ਫੀਲਡ ਦੇ ਵਿੱਚ ਕੰਮ ਕਰਨਗੇ, ਔਰ 100 ਵਿੱਚੋਂ ਵੀ ਉਹ ਹੱਸਦੇ ਨੇ। ਇਸ ਕਰਕੇ ਆਪਾਂ ਨੂੰ ਕੋਈ ਜਿੰਨੀ ਵੱਧ ਤੋਂ ਵੱਧ ਵੱਡੀ ਲਿਸਟ ਹੋਏਗੀ, ਉਨੀ ਜਲਦੀ ਆਪਾਂ ਨੂੰ ਸਕਸੈਸ ਰੇਟ ਮਿਲੇਗੀ, ਉਨਾ ਹੀ ਜ਼ਿਆਦਾ ਆਪਾਂ ਨੂੰ ਬਿਜ਼ਨਸ ਦੇ ਵਿੱਚ ਉਛਾਲ ਮਿਲੇਗਾ। ਤੇ ਆਪਾਂ ਨੂੰ ਹਰ ਵੇਲੇ ਆਰਗੈਨਿਕ ਵੇ ਦਾ ਕੰਮ ਕਰਨਾ ਚਾਹੀਦਾ। ਉਹ ਪਰਮਾਨੈਂਟ ਵੇ ਆ ਐਂਡ ਫੋਰ ਐਵਰ ਚੱਲਣ ਦਾ ਵੇ ਆ, ਜਿਹੜਾ ਤੁਹਾਨੂੰ ਹਰ ਵੇ ਸਕਸੈਸ ਰੇਟ ਤੇ ਪਹੁੰਚਾ ਕੇ ਰੱਖੇਗਾ। ਹੁਣ ਨੈਕਸਟ ਆਪਣਾ ਆ ਕਿ ਇਸ ਚੀਜ਼ ਨੂੰ, ਹੁਣ ਜਦੋਂ ਆਪਣੀ ਲਿਸਟ ਬਣ ਗਈ 500 ਤੋਂ 600% ਦੀ ਲਿਸਟ ਬਣਾ ਲਈ, ਅਪਗ੍ਰੇਡ ਵੀ ਕਰ ਲਈ, ਬਿਗ ਲਿਸਟ ਵੀ ਬਣ ਗਈ, ਪ੍ਰੀ ਜੱਜ ਵੀ ਅਸੀਂ ਛੱਡ ਦਿੱਤਾ, ਸਿਟੀ ਵਾਈਜ਼ ਲਿਸਟ ਬਣ ਗਈ, ਸਭ ਕੁਝ ਹੋ ਗਿਆ। ਉਸ ਤੋਂ ਬਾਅਦ ਆਪਾਂ ਕਰਨਾ ਕੀ ਹੈ? ਉਸ ਤੋਂ ਬਾਅਦ ਆਪਾਂ ਕਰਨਾ ਕੀ ਹੈ? 3 ਸਟੈਪਸ ਨੇ। ਫਸਟ 3 ਇੰਪੋਰਟੈਂਟ ਸਿਲੈਕਸ਼ਨ ਇਨ ਲਿਸਟ। 3 ਤਰ੍ਹਾਂ ਦੀ ਸਿਲੈਕਸ਼ਨਸ ਕਰਨੀ ਹੈ ਲਿਸਟ ਦੇ ਵਿੱਚ। ਠੀਕ ਹੈ, ਉਹ ਸਿਲੈਕਸ਼ਨ ਕੀ ਕਰਨੀ ਹੈ? ਫਸਟ ਸਿਲੈਕਸ਼ਨ ਕਰਨੀ ਹੈ ਆਪਾਂ ਏਜ 22 ਟੂ 45 ਈਅਰਸ, ਮਤਲਬ ਕਿ 20 ਤੋਂ 25 ਲੋਕਾਂ ਦੀ ਆਪਾਂ ਸਿਲੈਕਸ਼ਨ ਕਰਨੀ ਹੈ ਜਿਨ੍ਹਾਂ ਨੂੰ ਅਸੀਂ ਪਹਿਲਾਂ ਅਪਰੋਚ ਕਰਨੀ। ਉਹਨਾਂ ਵਿੱਚ ਕੀ ਵੇਖਣਾ ਹੈ ਕਿ ਪਹਿਲਾਂ ਏਜ ਕ੍ਰਾਈਟੇਰੀਆ। ਏਜ ਕ੍ਰਾਈਟੇਰੀਆ ਮੀਨਸ 22 ਤੋਂ ਲੈ ਕੇ 45 ਸਾਲ। ਇਹ ਕਿਉਂ? ਕਿਉਂਕਿ ਆਪਾਂ ਨੋਰਮਲੀ ਵੇਖ ਲਓ ਆਪਣੀ ਟੀਮ ਦੇ ਵਿੱਚ, ਜਾਂ ਅੱਜ ਵੀ ਅਸੀਂ ਸੈਮੀਨਾਰ 'ਚ ਗਏ ਹਾਂ, ਜਾਂ ਅੱਜ ਵੀ ਆਪਾਂ ਉੱਥੇ ਕਾਰ ਸੈਰੇਮਨੀ 'ਚ ਗਏ ਹਾਂ, ਜਾਂ ਆਪਾਂ ਜਦੋਂ ਵੀ ਆਪਾਂ ਸੈਮੀਨਾਰ 'ਚ ਹੁੰਦੇ ਹਾਂ, ਅਪਰੋਕਸੀਮੇਟਲੀ ਇਸ ਏਜ ਗਰੁੱਪ ਦੇ ਜ਼ਿਆਦਾ ਪਰਸਨ ਅਵੇਲੇਬਲ ਹੁੰਦੇ ਆ। ਕਿਉਂ? ਕਿਉਂਕਿ ਇਹਨਾਂ ਦੇ ਵਿੱਚ ਜੋਸ਼ ਹੁੰਦਾ, ਡ੍ਰੀਮਸ ਹੁੰਦੇ ਨੇ। ਜਦੋਂ ਇਹਨਾਂ ਤੋਂ ਉੱਪਰ ਏਜ 50 ਤੋਂ ਪਲੱਸ ਹੋ ਜਾਂਦੀ ਆ, ਬਹੁਤ ਰੀਅਰ ਹੁੰਦੇ, ਉਹ ਕਹਿੰਦੇ ਹੁਣ ਸਾਡੀ ਤੇ ਉਮਰ ਲੰਘ ਗਈ, ਅਸੀਂ ਤੇ ਚਲੋ ਜੋ ਕਰਨਾ ਸੀ ਕਰ ਲਿਆ, ਹੁਣ ਅੱਗੋਂ ਆਪਣੀ ਜੋ ਬੱਚੇ ਆ ਉਹ ਉਹਨਾਂ ਨੇ ਉਹ ਕਰਨਗੇ, ਸਾਡਾ ਤੇ ਹੁਣ ਬਸ ਹੋ ਗਿਆ। ਮੈਕਸਿਮਮ ਜਿਹੜਾ ਕੋਸ਼ਿਸ਼ ਕਰਨੀ, ਫਸਟ ਆਪਾਂ ਟਾਰਗੇਟ ਕਰਨਾ ਉਹ ਇਸ ਏਜ ਗਰੁੱਪ ਨੂੰ ਕਰਨਾ, ਕਿਉਂਕਿ ਇੱਥੇ ਜੋਸ਼ ਹੁੰਦਾ ਆ ਇਹਨਾਂ ਦੇ ਵਿੱਚ, ਕੁਛ ਕਰਨ ਦੀ, ਕੁਛ ਡ੍ਰੀਮਸ ਜਾਂ ਪਾਉਣ ਦੀ ਚਾਹ ਹੁੰਦੀ ਹੈ। ਤੇ ਆਪਾਂ ਨੋਰਮਲੀ ਆਪਾਂ ਫੋਟੋ 'ਚ ਵੀ ਵੇਖ ਸਕਦੇ, ਆਪਣੇ ਸਾਰੇ ਦੇ ਸਾਰੇ ਜੰਗ ਨੇ, ਸਾਰੀ ਦੀ ਸਾਰੀ ਆਪਣੀ ਟੀਮ ਆਪਾਂ ਦਿੱਲੀ ਗਏ ਸੀ, ਸਾਰੇ ਜੰਗ ਨੇ ਅਪਰੋਕਸੀਮੇਟਲੀ ਇਸ ਏਜ ਦੇ ਵਿੱਚ। ਔਰ ਜ਼ਿਆਦਾਤਰ ਹਰ ਕੋਈ ਵੇਖੋਗੇ ਨਾ ਕਿ ਕਹਿੰਦੇ ਕਿ ਆਉਣ ਵਾਲਾ ਭਵਿੱਖ ਬੱਚਿਆਂ ਦੇ ਹੱਥ 'ਚ ਹੈ, ਦੇਸ਼ ਦਾ ਭਵਿੱਖ ਬੱਚਿਆਂ ਦੇ ਹੱਥ 'ਚ ਹੈ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਬੱਚਿਆਂ ਦੇ ਵਿੱਚ ਕੀ ਹੁੰਦਾ, ਪੋਟੈਂਸ਼ੀਅਲ ਹੁੰਦਾ ਹੈ, ਉਹਨਾਂ ਦੇ ਅੰਦਰ ਇੰਨੀ ਹਿੰਮਤ ਹੁੰਦੀ ਹੈ ਕਿ ਆਪਾਂ ਕੁਛ ਨਾ ਕੁਛ ਕਰ ਸਕੀਏ। ਨੈਕਸਟ ਕ੍ਰਾਈਟੇਰੀਆ ਇਨਕਮ ਬਿਟਵੀਨ 30,000 ਤੋਂ ਲੈ ਕੇ 80,000। ਇਹ ਕਿਉਂ? ਕਿਉਂਕਿ ਜਦੋਂ ਇਸ ਏਜ ਦੇ ਇਸ ਕ੍ਰਾਈਟੇਰੀਆ ਇਸ ਦੇ ਵਿੱਚ ਕੀ ਹੁੰਦਾ ਹੈ, ਜ਼ਿਆਦਾਤਰ ਆ ਜਾਂਦੇ ਨੇ ਕੀ ਕਹਿ ਸਕਦੇ ਨੇ, ਇੱਕ ਸ਼ੋਰਟ ਟਰਮ ਵਾਲੇ ਆ ਜਾਂਦੇ ਨੇ, ਇੱਕ ਕਹਿੰਦੇ ਮੀਡੀਅਮ ਕਲਾਸ ਪੀਪਲ। ਕਿਉਂ? ਕਿਉਂਕਿ ਜਿੰਨਾ ਵੀ ਇਹ ਸਾਰਾ ਜੋਬ ਸਰਕਲ ਵਾਲੇ ਨੇ, ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ, ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸਰਕਲ ਕਰਦੇ ਨੇ ਇਹਨਾਂ ਦੀ ਲਾਈਫ ਪੂਰੀ। ਔਰ ਇਹ ਸਭ ਤੋਂ ਜ਼ਿਆਦਾ ਇਸ ਇਨਕਮ ਸੋਰਸ ਵਾਲੇ ਲੋਕ ਕਨਫਿਊਜ਼ਡ ਨੇ। ਉਹ ਕਨਫਿਊਜ਼ਡ ਕਿਉਂ ਨੇ? ਕਿਉਂਕਿ ਉਹਨਾਂ ਨੂੰ ਨਾ ਪਤਾ ਨਹੀਂ ਲੱਗਦਾ ਕਿ ਅਸੀਂ ਅਮੀਰ ਆ ਕਿ ਅਸੀਂ ਗਰੀਬ ਆ, ਕਿਉਂਕਿ ਇਹਨਾਂ ਦੇ ਸਰਕਲ, ਇਹਨਾਂ ਦੇ ਖਰਚੇ ਇਸ ਹਿਸਾਬ ਨਾਲ ਡਿਜ਼ਾਈਨ ਹੋਏ ਹੁੰਦੇ ਆ ਕਿ ਉਹਨਾਂ ਦੀ ਜਿੰਨੀ ਇਨਕਮ ਆਉਂਦੀ ਆ, ਆਉਣ ਤੋਂ ਪਹਿਲਾਂ ਹੀ ਉਹ ਐਡਜਸਟ ਹੋਈ ਹੁੰਦੀ ਕਿਤੇ ਨਾ ਕਿਤੇ, ਕਿ ਭਾਈ ਕਿੱਥੇ ਕਿੱਥੇ ਕਿਸ਼ਤਾਂ ਦੇਣੀਆਂ, ਕਿੱਥੇ ਕਿੱਥੇ ਜਾਣੀਆਂ, ਆਟੋਮੈਟਿਕਲੀ ਪਹਿਲਾਂ ਚੱਲ ਜਾਂਦੀਆਂ। ਇਹ ਤੋਂ ਜਿਹੜੇ ਥੱਲੇ ਵਾਲੇ ਨੇ, ਜਿਹੜੇ 30,000 ਤੋਂ ਥੱਲੇ ਨੇ, ਲੇਬਰ ਕਲਾਸ, ਉਹ ਤਾਂ ਬਿਲਕੁਲ ਮਸਤ ਟੈਨਸ਼ਨ ਫਰੀ, ਦਿਹਾੜੀ ਲੱਗ ਗਈ ਤੇ 500 ਰੁਪਇਆ ਲਿਆਂਦਾ, 1000 ਰੁਪਇਆ ਲਿਆਂਦਾ ਤੇ ਨਜ਼ਾਰੇ ਲੈ ਕੇ ਘਰ ਸੋ ਜਾਣਾ। ਸਵੇਰੇ ਉੱਠੇਗੀ ਤੇ ਸਵੇਰੇ ਵੇਖਾਂਗੇ, ਟੈਨਸ਼ਨ ਨਹੀਂ ਲੈਣੀ ਅਗਲੀ। ਉਹਨਾਂ ਨੇ ਉਹ ਇਸ ਕਰਕੇ ਬਹੁਤ ਘੱਟ ਹੁੰਦੇ ਨੇ ਲੋਕਾਂ ਨੂੰ ਉਹਨਾਂ ਤੱਕ ਆਪਾਂ ਅਪਰੋਚ ਕਰਨੀ। ਤੇ ਜਿਹੜੇ 80,000 ਤੋਂ ਉੱਪਰ ਨੇ, ਉਹਨਾਂ ਕੋਲ ਆਲਰੇਡੀ ਨਾ ਕੁਛ ਹੁੰਦਾ ਹੈ, ਉਹ ਵੈਸੇ ਨਹੀਂ ਕਰਦੇ। ਉਹ ਕਹਿਣਗੇ ਕਿ ਜੇ ਸਾਡੇ ਕੋਲ ਆਲਰੇਡੀ ਸਭ ਕੁਛ ਹੈਗਾ ਆ, ਸਾਨੂੰ ਥੋੜੀ ਕਿਤੇ ਜ਼ਰੂਰਤ ਨਹੀਂ ਹੈ।
ਉਹ ਆਉਣਗੇ ਉਹ ਵੀ, ਬਟ ਉਹ ਥੋੜਾ ਟਾਈਮ ਪਾ ਕੇ, ਉਹ ਟਾਈਮ ਪਾ ਕੇ ਮਤਲਬ ਕਿ ਤੁਹਾਡੀ ਜਦੋਂ ਕੋਈ ਸਫਲਤਾ, ਤੁਸੀਂ ਉਹਨਾਂ ਦੇ ਕਾਬਲ ਹੋ ਜਾਓਗੇ, ਤੁਸੀਂ 80,000 ਲੱਖ ਤੋਂ ਉੱਪਰ ਜਦੋਂ ਤੁਹਾਡਾ ਇਨਕਮ ਸੋਰਸ ਚੱਲ ਜਾਏਗਾ, ਦੈਨ ਤੁਸੀਂ ਉਸ ਪਰਸਨਸ ਨੂੰ ਵੀ ਅਪਰੋਚ ਕਰ ਸਕਦੇ ਹੋ। ਬਟ ਸਟਾਰਟਅਪ, ਜਦੋਂ ਆਪਾਂ ਸਟਾਰਟਅਪ ਕਰਨਾ, ਸਟਾਰਟਅਪ ਆਪਾਂ ਇਸ ਮਿਡਲ ਕਲਾਸ ਲੋਕਾਂ ਦੇ ਕਰਨਾ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦਾ ਕਨਫਿਊਜ਼ਿੰਗ ਸੈਕਟਰ ਹੋ ਜਾਂਦਾ ਹੈ, ਕਿਤੇ ਨਾ ਕਿਤੇ ਉਹ ਚੱਕਰ 'ਚ, ਇਸ ਚੱਕਰ 'ਚ ਹੁੰਦੇ ਨੇ, ਉਹਨਾਂ ਨੂੰ ਕਨਫਿਊਜ਼ ਹੁੰਦੇ ਨੇ, ਉਹਨਾਂ ਨੂੰ ਲਾਈਫ ਤੋਂ ਟੈਨਸ਼ਨ ਹੁੰਦੇ ਨੇ, ਨੌਕਰੀ ਤੋਂ ਸਟ੍ਰੈਸ ਹੁੰਦੇ ਨੇ, ਟਾਈਮ ਤੋਂ ਸਟ੍ਰੈਸਡ ਹੁੰਦੇ ਨੇ। ਉਹਨਾਂ ਦੀ ਉਹ ਜਿਹੜਾ ਪੁਆਇੰਟ ਆ, ਮੈਂ ਨੈਕਸਟ ਮੇਰੀ ਪ੍ਰੈਜੈਂਟੇਸ਼ਨ ਬਣਾਵਾਂਗਾ, ਉਹ ਰਿਲੇਟਿਵ ਟੂ ਆਪਣੀਆਂ ਪ੍ਰੋਸਪੈਕਟਿੰਗ ਤੇ ਇਨਵੀਟੇਸ਼ਨ ਕਿੱਦਾਂ ਦੇਣਾ। ਉਸ ਵਿੱਚ ਮੈਂ ਚੰਗੀ ਤਰ੍ਹਾਂ ਇਸ ਚੀਜ਼ ਨੂੰ ਐਕਸਪਲੇਨ ਕਰਾਂਗਾ ਕਿ ਭਈ ਕਿ ਉਹਨਾਂ ਲੋਕ ਪੀਪਲਸ ਨੂੰ ਆਪਾਂ ਕਿੱਦਾਂ ਇਨਵਾਈਟ ਕਰਨਾ। ਉਹਦੇ ਵੀ ਇੱਕ ਫਾਰਮੂਲਾ ਆ, ਬਹੁਤ ਜ਼ਬਰਦਸਤ ਫਾਰਮੂਲਾ ਆ, ਤੇ ਉਹ ਉਹਨਾਂ ਨੂੰ ਕਿੱਦਾਂ ਇਨਵਾਈਟ ਕਰਨਾ, ਉਸ ਪੀਪਲ ਨੂੰ ਕਿੱਦਾਂ ਆਪਾਂ ਇਨਵੀਟੇਸ਼ਨ ਕਰਨਾ, ਕਿੱਦਾਂ ਉਹਨਾਂ ਨੂੰ ਪ੍ਰੋਸਪੈਕਟ ਕਰਨਾ ਉਸ ਪੀਪਲਸ ਨੂੰ। ਤੇ ਨੈਕਸਟ ਸਲਾਈਡ ਦੇ ਵਿੱਚ, ਨੈਕਸਟ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਹੋਏਗੀ, ਉਹਦੇ ਵਿੱਚ ਮੈਂ ਉਹਨਾਂ ਬਾਰੇ ਜ਼ਿਕਰ ਕਰਾਂਗਾ। ਤੇ ਆਪਾਂ ਕੋਸ਼ਿਸ਼ ਕਰਨੀ ਕਿ ਇਸ ਕ੍ਰਾਈਟੇਰੀਆ ਦੇ ਜਿਹੜੇ ਲੋਕ ਨੇ, ਮਤਲਬ ਕਿ ਅਪਰੋਕਸੀਮੇਟਲੀ ਇੰਨੀ ਇਨਕਮ ਵਾਲੇ, ਕਿਉਂਕਿ ਜਿਹੜੇ ਇਹ ਕਿਤੇ ਨਾ ਕਿਤੇ ਆਪਾਂ ਨੂੰ ਇਹਨਾਂ ਤੋਂ ਵਧੀਆ ਆਪਾਂ ਨੂੰ ਰਿਸਪੌਂਸ ਮਿਲਦਾ। ਔਰ ਕੋਸ਼ਿਸ਼ ਕਰੋ ਹਮੇਸ਼ਾ ਆਪਣੇ ਤੋਂ ਉੱਪਰ ਵਾਲੇ ਲੋਕਾਂ ਨੂੰ ਅਪਰੋਚ ਕਰਨ ਦੀ। ਆਪਣੇ ਤੋਂ ਥੱਲੜਿਆਂ ਨੂੰ ਅਪਰੋਚ ਕਰਾਂਗੇ ਤੇ ਆਪਾਂ ਆਲਰੇਡੀ ਥੱਲੇ ਦੇ ਥੱਲੇ 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 ਜਾਂਦੇ ਰਵਾਂਗੇ। ਹਮੇਸ਼ਾ ਕੋਸ਼ਿਸ਼ ਕਰੋ ਕਿ ਆਪਣੇ ਤੋਂ ਉੱਪਰਲਿਆਂ ਨੂੰ ਅਪਰੋਚ ਕਰੀਏ, ਜਿਹਦੇ ਨਾਲ ਤੁਹਾਡਾ ਨੈਟਵਰਕ ਦਿਨੋਂ ਦਿਨ ਅਪਗ੍ਰੇਡ ਹੁੰਦਾ ਜਾਵੇ। ਠੀਕ ਹੈ ਜੀ। ਨੈਕਸਟ ਸਲਾਈਡ ਹੈ ਸੋਸ਼ਲ ਕ੍ਰੈਡੀਬਿਲਿਟੀ। ਸੋਸ਼ਲ ਕ੍ਰੈਡੀਬਿਲਿਟੀ ਸ਼ੁੱਡ ਬੀ ਗੁੱਡ। ਸਮਾਜਿਕ ਜ਼ਿੰਮੇਦਾਰੀ, ਮਤਲਬ ਕਿ ਆਲਵੇਜ਼ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਉਸ ਪਰਸਨਸ ਨੂੰ ਮਤਲਬ ਕਿ ਆਪਣੇ ਬਿਜ਼ਨਸ 'ਚ ਲਿਆਉਣਾ ਜਿਨ੍ਹਾਂ ਦੀ ਸੋਸ਼ਲ, ਮਤਲਬ ਕਿ ਆਈ ਥਿੰਕ ਕਹਿ ਸਕਦੇ ਕਿ ਉਹਨਾਂ ਦੀ ਰੈਪੂਟੇਸ਼ਨ ਹੋ ਗਈ, ਉਹਨਾਂ ਦਾ ਜੋ ਸਟੇਟਸ ਹੋ ਗਿਆ, ਉਹ ਮਤਲਬ ਕਿ ਸਮਾਜਿਕ ਦੇ ਵਿੱਚ ਸਹੀ ਹੋਵੇ। ਕੋਈ ਇੱਦਾਂ ਦਾ ਕੋਈ ਕ੍ਰਿਮੀਨਲ ਕੇਸ ਵਾਲਾ ਹੋ ਗਿਆ, ਜਾਂ ਕੋਈ ਵੀ ਇੱਦਾਂ ਦਾ ਕੋਈ ਬਦਮਾਸ਼ ਟਾਈਪ ਹੋ ਗਿਆ ਕਿ ਅਸੀਂ ਉਹਨੂੰ ਲੈ ਆਵਾਂਗੇ ਤੇ ਪਤਾ ਨਹੀਂ ਉਹਦੇ ਨਾਲ ਮੇਰੀ ਟੀਮ ਕਿੰਨੀ ਵੱਡੀ ਹੋਏਗੀ, ਜਾਂ ਉਹ ਬਦਮਾਸ਼ ਹੈ ਬੜਾ ਤਗੜਾ ਤੇ ਉਹਨੂੰ ਜੋੜ ਲਿਆ ਤੇ ਉਹਦੇ ਨਾਲ ਮੇਰੀ ਘੱਟੋ ਘੱਟ ਉਹਦੇ ਨਾਲ 700-800 ਮੁੰਡਾ ਹੈ, ਉਹ ਇਕੱਠਾ ਦਾ ਇਕੱਠਾ ਸਾਰਾ ਜੁਆਇਨ ਹੋ ਜਾਏਗਾ। ਉਹਨਾਂ ਨਾਲ ਕੁਛ ਨਹੀਂ ਹੋਣਾ, ਉਹਨਾਂ ਤੁਹਾਡਾ ਉਲਟਾ ਤੁਹਾਡਾ ਬਿਜ਼ਨਸ ਡਰੋਪ ਹੋਏਗਾ, ਤੁਹਾਡਾ ਰਿਕਾਰਡ ਖਰਾਬ ਹੋਏਗਾ, ਤੁਹਾਡਾ ਟਾਈਮ ਵੇਸਟ ਹੋਏਗਾ। ਕੋਸ਼ਿਸ਼ ਕਰਨੀ ਕਿ ਪਰਸਨਸ ਤੋਂ ਬਚਣਾ ਪਏਗਾ। ਤੇ ਇਹਨਾਂ ਚੀਜ਼ਾਂ ਨੂੰ ਆਪਾਂ ਸਮਾਜਿਕ, ਜਿਨ੍ਹਾਂ ਨੇ ਕੋਈ ਭਲਾਈ ਦਾ ਕੰਮ ਕਰ ਰਹੇ ਨੇ, ਕੋਈ ਸਮਾਜਿਕ ਕੰਮ ਕਰ ਰਹੇ ਨੇ, ਕੋਈ ਵਧੀਆ ਕੰਮ ਕਰਦੇ ਨੇ, ਨੈਚੁਰਲ ਦੇ ਪ੍ਰਤੀ ਕੰਮ ਕਰਦੇ ਨੇ, ਜਾਂ ਕੋਈ এনवायरमेंट ਦੇ ਪ੍ਰਤੀ ਵਧੀਆ ਕੰਮ ਕਰਦੇ ਨੇ, ਉਹਨਾਂ ਲੋਕਾਂ ਨੂੰ ਤੁਸੀਂ ਅਪਰੋਚ ਕਰੋ ਕਿ ਉਹਨਾਂ ਦਾ ਚੰਗਾ ਸਰਕਲ ਤੁਹਾਨੂੰ ਮਿਲੇਗਾ। ਉਸ ਪਰਸਨ ਤੱਕ ਅਪਰੋਚ ਕਰਾਂਗੇ, ਉਹ ਤੁਹਾਨੂੰ ਹੈਲਪ ਲੈ ਕੇ, ਤੁਸੀਂ ਆਪਣੀ ਅਪਲਾਈਨ ਦੇ ਨਾਲ ਹੈਲਪ ਲੈ ਕੇ ਉਸ ਨੂੰ ਅਪਰੋਚ ਕਰੋ। ਉਹ ਜਦੋਂ ਜੁੜੇਗਾ ਆਟੋਮੈਟਿਕਲੀ ਤੁਹਾਨੂੰ ਵਧੀਆ ਅੱਗੋਂ ਮਤਲਬ ਕਿ ਤੁਹਾਡਾ ਉਹ ਨੈਟਵਰਕ ਮਿਲੇਗਾ ਉਸ ਪਰਸਨ ਤੋਂ ਵੀ, ਕਿ ਉਹਨੂੰ ਵੀ ਅਗਰ ਸਹੀ ਤਰੀਕੇ ਨਾਲ ਪ੍ਰੋਪਰ ਕਰਨ। ਇਹ ਹੀ ਮੇਰਾ ਅੱਜ ਦੀ ਜਿਹੜਾ ਮੇਨ ਟੌਪਿਕ, ਤੇ ਇੱਥੇ ਮੇਰਾ ਤਕਰੀਬਨ ਸਮਾਪਤ ਹੁੰਦਾ ਹੈ। ਲਾਸਟ ਤੇ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਆਪਾਂ ਥਿੰਕ ਬਿਗ ਕਰਾਂਗੇ, ਲਿਸਟ ਵੱਡੀ ਕ੍ਰੀਏਟ ਕਰਾਂਗੇ, ਤੇ ਤਦ ਹੀ ਆਪਣੀ ਸ਼ੁਰੂਆਤ ਆਪਣੀ ਵਧੀਆ ਆਪਣੀ ਹੋ ਸਕਦੀ ਹੈ। ਇਹਦੇ ਵਿੱਚ ਜਿੰਨੇ ਤੱਕ ਆਪਾਂ ਲਿਸਟ ਨੂੰ ਨਹੀਂ ਨਾ ਸੀਰੀਅਸ ਲਵਾਂਗੇ ਕਿ ਲਿਸਟ ਕਿਉਂ ਜ਼ਰੂਰੀ ਹੈ, ਲਿਸਟ ਕਿਉਂ ਬਣਾਈਏ, ਜਦ ਤੱਕ ਉਹ ਨਹੀਂ ਕਲੀਅਰ ਹੁੰਦਾ, ਤਦ ਤੱਕ ਤੁਸੀਂ ਇਹਦੇ ਵਿੱਚ ਲੱਖ, 2 ਲੱਖ, 4 ਲੱਖ, ਜਿੱਦਾਂ ਅਸੀਂ ਦੱਸਦੇ ਆ ਕਿ 40-40 ਲੱਖ, 50-50 ਲੱਖ ਲੋਕ ਕਮਾ ਰਹੇ ਨੇ, ਉਹ ਤਦ ਹੀ ਕਮਾਉਂਦੇ ਅਸੀਂ ਕਾਮਯਾਬ ਹੋਵਾਂਗੇ ਜਦ ਆਪਣਾ ਫਸਟ ਸਟੈਪ ਹੈ ਮੇਕ ਅ ਲਿਸਟ, ਉਹਨੂੰ ਅਸੀਂ ਪੂਰਾ ਨਾ ਕਰਾਂਗੇ। ਜੇ ਅਸੀਂ ਪੂਰਾ ਨਹੀਂ ਕਰਾਂਗੇ ਤੇ ਆਪਾਂ ਉਸ ਚੀਜ਼ ਦੇ ਹੱਕਦਾਰ ਨਹੀਂ ਬਣਦੇ ਆਟੋਮੈਟਿਕਲੀ, ਕਿਉਂਕਿ ਆਪਾਂ ਉਸ ਚੀਜ਼ ਨੂੰ ਆਪਾਂ ਸਿਸਟਮ ਵਾਈਜ਼ ਨਹੀਂ ਲਿਆ। ਜਦਕਿ ਸਿਸਟਮ ਕਹਿੰਦਾ ਕਿ ਪ੍ਰੋਪਰ ਮੇਕ ਅ ਲਿਸਟ ਕਰੋ, ਦੈਨ ਉਹਨਾਂ ਨੂੰ ਇਨਵੀਟੇਸ਼ਨ ਕਰੋ, ਦੈਨ ਅੱਗੇ ਉਹਨਾਂ ਨੂੰ ਸ਼ੋਅ ਦਾ ਪਲਾਨ ਕਰੋ, ਦੈਨ ਅੱਗੇ ਇਹਦਾ ਜੋ ਵੀ ਪ੍ਰੋਸੈਸ ਹੈ ਉਸ ਸਿਸਟਮ ਵਾਈਜ਼ ਕਰੋ। ਤੇ ਥੈਂਕ ਯੂ ਫॉर ਮੇਰੇ ਵੱਲੋਂ, ਅਗਰ ਕਿਸੇ ਨੂੰ ਜੋ ਕੋਈ ਡਾਊਟ ਹੋਏ ਤੇ ਪੁੱਛ ਸਕਦਾ। ਬਾਕੀ ਧੰਨਵਾਦ ਮੇਰੇ ਵੱਲੋਂ। ਗੁਰਦੀਪ ਸਰ, ਹੈਂਡ ਓਵਰ ਟੂ ਯੂ।